ਕੌਕਿੰਗ ਕੀ ਹੁੰਦੀ ਹੈ ਔਰ ਕਿਉਂ ਕਰਨੀ ਪੈਂਦੀ ਹੈ? ਇਸ ਤਰੀਕੇ ਨਾਲ ਚੱਕਿਆ ਜਾਵੇ ਔਰ ਇਹਨੂੰ ਇੱਧਰ ਪਿੱਛੇ ਪੁੱਲ ਕੀਤਾ ਜਾਵੇ। ਇਹਨੂੰ ਫਿਰ ਆਪਾਂ ਕਹਿ ਦਿੰਦੇ ਹੈਗੇ ਵੀ ਮੈਂ ਇਹਨੂੰ ਕੌਕ ਕਰ ਦਿੱਤਾ। ਬੋਰ ਦਾ ਕੀ ਮਤਲਬ ਹੈ? ਜੇ ਤੁਹਾਨੂੰ ਕੋਈ ਪੁੱਛਦਾ ਤੇਰੇ ਕੋਲ ਗਨ ਜਿਹੜੀ ਉਹ ਕਿੰਨੇ ਬੋਰ ਦੀ ਆ, ਸੋ ਪੁੱਛ ਰਿਹਾ ਇਨਸਾਈਡ ਡਾਇਆਮੀਟਰ ਆਫ ਦਾ ਬੈਰਲ। AK-47 ਜਿਹੜੀ ਇਹਨੂੰ ਇੰਡੀਆ ਦੇ ਵਿੱਚ ਲਾਅ ਐਨਫੋਰਸਮੈਂਟ ਦੇ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ। ਕੀ ਕਾਰਨ ਹੈ ਕਿ ਇਹ ਇੰਨੀ ਕਾਮਯਾਬ ਹੋਈ ਹੈ? ਇਹਦਾ ਜੇ ਪੰਜਾਬੀ ਚ ਕਹੀਏ ਨਾ ਹਊਆ ਬਣਿਆ ਆ। ਹੁਣ AK-47 ਜਿਹੜੀ ਨਾ ਤਾਂ ਇਹਨੂੰ ਚੱਜ ਨਾਲ ਟਾਰਗੇਟ ਸ਼ੂਟਿੰਗ ਹੁੰਦੀ ਹੈ, ਹੰਟਿੰਗ ਤੁਸੀਂ ਇਹਨਾਂ ਕਰ ਨਹੀਂ ਸਕਦੇ, ਲੌਂਗ ਰੇਂਜ ਇਹ ਸ਼ੂਟ ਨਹੀਂ ਕਰਦੀ ਹੈਗੀ। ਇਹ ਬਣੀਓ ਹੈਗੀ ਆ ਅਸੌਲਟ ਦੇ ਲਈ, ਆਰਮੀ ਦੇ ਲਈ, ਵਾਰ ਲਈ। ਸਿਵਿਲੀਅਨਸ ਦੇ ਕੋਲ AK-47 AR-15 ਫੁੱਲ ਆਟੋਮੈਟਿਕ ਹੋਣ ਦਾ ਕੋਈ ਮਤਲਬ ਨਹੀਂ ਹੈ। ਕਿੰਨਾ ਬੈਕਗ੍ਰਾਉਂਡ ਚੈੱਕ ਕਰਵਾਉਣਾ ਪੈਂਦਾ ਕਿ ਬਹੁਤ ਸਾਰੇ RCMP ਦੇ ਧੱਕੇ ਖਾਣੇ ਪੈਂਦੇ ਆ? ਸਾਨੂੰ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਡਿਫੈਂਡ ਕਰਨਾ ਫਾਇਰ ਆਰਮ ਦੇ ਨਾਲ ਅਲਾਉਡ ਨਹੀਂ ਹੈ। ਅੱਛਾ, ਕੀ ਇਹ ਵੀ ਗੱਲ ਸਹੀ ਹੈ ਕਿ ਜਿਨ੍ਹਾਂ ਕੋਲ ਹੈਂਡਗਨਸ ਹੈਗੀਆਂ ਹੁਣ ਐਗਜ਼ਿਸਟਿੰਗ, ਉਹ ਕਿਸੇ ਹੋਰ ਨੂੰ ਨਹੀਂ ਵੇਚ ਸਕਦੇ? 24 ਮਈ ਨੂੰ ਅਮਰੀਕਾ ਦੇ ਟੈਕਸਸ ਸੂਬੇ ਦੇ ਵਿੱਚ ਯੂਵਾਲਡੇ ਨਾਮ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੱਕ ਸਰਫਰੇ ਨੌਜਵਾਨ ਨੇ ਅੰਧਾਧੁੰਦ ਫਾਇਰਿੰਗ ਕਰਕੇ 19 ਮਾਸੂਮ ਬੱਚੇ ਤੇ 2 ਟੀਚਰਸ ਦੀ ਜਾਨ ਲੈ ਲਈ। ਇਸ ਘਟਨਾ ਤੋਂ ਬਾਅਦ ਚਾਰੋਂ ਪਾਸੇ ਗਨ ਸੇਫਟੀ ਲਾਅਸ ਨੂੰ ਲੈ ਕੇ ਫਿਕਰਮੰਦੀ ਜਤਾਈ ਗਈ। ਸਾਡੇ ਇੱਥੇ ਕੈਨੇਡਾ ਦੇ ਵਿੱਚ ਫੈਡਰਲ ਸਰਕਾਰ ਨੇ ਇਸੇ ਹਫਤੇ ਇੱਕ ਅਨਾਉਂਸਮੈਂਟ ਕੀਤੀ, ਜਿਹਦੇ ਵਿੱਚ ਕਿਹਾ ਗਿਆ ਕਿ ਫਾਲ ਦੇ ਵਿੱਚ ਇੱਕ ਨਵਾਂ ਲੈਜਿਸਲੇਸ਼ਨ ਲੈ ਕੇ ਆਇਆ ਜਾਵੇਗਾ, ਜਿਸ ਦੇ ਅਕੋਰਡਿੰਗ ਗਨ ਪਰਚੇਜ਼ ਦੇ ਉੱਤੇ ਕੰਪਲੀਟ ਫ੍ਰੀਜ਼ ਲਾ ਦਿੱਤੀ ਜਾਏਗੀ, ਕੰਪਲੀਟ ਬੈਨ ਲਾ ਦਿੱਤਾ ਜਾਏਗਾ। ਅਸੀਂ ਅੱਜ ਇਸ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਸਾਡੇ ਗਨ ਐਕਸਪਰਟ ਮਿਸਟਰ ਰਾਜ ਰਾਏ ਹੋਣਾ ਦੇ ਨਾਲ, ਜੋ ਸਾਨੂੰ ਦੱਸਣਗੇ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਗਨ ਲਾਜ਼ ਕੀ ਨੇ ਤੇ ਨਵੇਂ ਲੈਜਿਸਲੇਸ਼ਨ ਦੇ ਮੁਤਾਬਿਕ ਕਿਹੜੇ ਚੇਂਜਸ ਆਉਣ ਵਾਲੇ ਆ। ਸੋ ਗੱਲਬਾਤ ਕਰਦੇ ਹਾਂ ਰਾਜ ਰਾਏ ਹੋਣਾ ਦੇ ਨਾਲ। ਮਿਸਟਰ ਰਾਏ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਸਾਨੂੰ ਸਮਾਂ ਦਿੱਤਾ ਇਸ ਮਹੱਤਵਪੂਰਨ ਜਾਣਕਾਰੀ ਨੂੰ ਸਾਡੇ ਜਿਹੜੇ ਲਿਸਨਰਸ ਔਰ ਸਾਡੇ ਫਾਲੋਅਰਸ ਨੂੰ ਉਹਨਾਂ ਤੱਕ ਪਹੁੰਚਾਉਣ ਵਾਸਤੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਜਿਹੜਾ ਫੈਡਰਲ ਗਵਰਨਮੈਂਟ ਨੇ ਅਨਾਉਂਸ ਕੀਤਾ ਹੈ ਕਿ ਹੈਂਡਗਨਸ ਤੇ ਫ੍ਰੀਜ਼ ਲੱਗਣਾ, ਹਾਂਜੀ, ਉਸ ਹੈਂਡਗਨ ਜਿਹੜੀ ਟਰਮੀਨੋਲੋਜੀ ਹੈ ਇਹਨੂੰ ਸਮਝਣ ਦੀ ਪਹਿਲਾਂ ਕੋਸ਼ਿਸ਼ ਕਰੀਏ ਕਿ ਹੈਂਡਗਨ ਕਿਹਾ ਕਿਹਨੂੰ ਜਾਂਦਾ। ਆਮ ਤੌਰ ਦੇ ਉੱਤੇ ਆਪਾਂ ਜਿਹੜੀਆਂ ਆਹ ਗਨਸ ਹੁੰਦੀਆਂ ਇਹਨਾਂ ਨੂੰ ਅਸੀਂ ਲੌਂਗ ਗਨਸ ਕਹਿ ਦਿੰਦੇ ਆ, ਸਪੋਰਟਿੰਗ ਗਨਸ ਕਹਿ ਦਿੰਦੇ ਆ, ਕਿਉਂਕਿ ਤੁਸੀਂ ਇਹਨੂੰ ਮੋਢੇ ਤੇ ਰੱਖ ਕੇ 2 ਹੱਥਾਂ ਨਾਲ ਸ਼ੂਟ ਕਰਨਾ ਹੁੰਦਾ। ਹੈਂਡਗਨ ਇੱਕ ਜੈਨਰਿਕ ਨਾਂ ਜਿੱਦਾਂ ਕਹਿ ਲਓ ਦੇ ਦਿੱਤਾ, ਇੱਕ ਹੱਥ ਨਾਲ ਚਲਾ ਸਕਦੇ ਆ। ਸੋ ਇੱਕ ਹੱਥ ਨਾਲ ਚਲਾਉਣ ਵਾਲੀ, ਕਿਉਂਕਿ ਜਦੋਂ ਤੁਸੀਂ ਇਹਨੂੰ ਸ਼ੂਟ ਕਰਨਾ ਤੁਸੀਂ ਏਦਾਂ ਹੱਥ ਨਾਲ ਇੱਕ ਨਾਲ ਸ਼ੂਟ ਕਰ ਸਕਦੇ ਹੈਗੇ ਆ। ਸੋ ਇਹ ਹੈਂਡਗਨਸ ਕਹਿੰਦੇ। ਇਹ ਇੱਕ ਜੈਨਰਿਕ ਟਰਮ ਹੈ, ਕੋਈ ਲੀਗਲ ਟਰਮ ਜਾਂ ਟੈਕਨੀਕਲ ਟਰਮ ਨਹੀਂ ਹੈਂਡਗਨ ਜਿਹੜੀ ਹੈ? ਨਹੀਂ ਜੀ, ਲੀਗਲ ਟਰਮ ਨਹੀਂ ਹੈਗੀ ਇਹ। ਲੀਗਲ ਟਰਮ ਫਾਇਰ ਆਰਮਸ ਹੈ। ਫਾਇਰ ਆਰਮਸ। ਅੱਛਾ, ਹੈਂਡਗਨ ਦੀ ਗੱਲ ਕੀਤੀ ਤੁਸੀਂ, ਕਿਹਾ ਵੀ ਹੱਥ ਨਾਲ ਚਲਾਉਣ ਵਾਲੀ ਜਿਹੜੀ ਗਨ ਆ ਉਹਨੂੰ ਅਸੀਂ ਹੈਂਡਗਨ ਕਹਿ ਦਿੰਦੇ ਆ। ਇੱਕ ਹੱਥ ਨਾਲ ਚਲਾਉਣ ਵਾਲੀ ਗਨ। ਹੁਣ ਇਹਦੇ ਵਿੱਚ ਵੀ ਬਹੁਤ ਸਾਰੀ ਡਿਫਰੈਂਟ ਕੈਟਾਗਰੀਜ਼ ਹੁੰਦੀਆਂ ਹੋਣਗੀਆਂ, ਜਿਵੇਂ ਪਿਸਟਲ ਤੇ ਰਿਵਾਲਵਰ 2 ਡਿਫਰੈਂਟ ਕੈਟਾਗਰੀਜ਼ ਆ। ਮੇਰੇ ਵਰਗੇ ਜਿਹੜੇ ਬੰਦੇ ਜਿਨ੍ਹਾਂ ਨੂੰ ਹਥਿਆਰਾਂ ਬਾਰੇ ਜ਼ਿਆਦਾ ਨਹੀਂ ਪਤਾ, ਉਹਨਾਂ ਨੂੰ ਸਿਰਫ ਇਹੀ ਪਤਾ ਵੀ ਪਿਸਟਲ ਉਹ ਹੁੰਦਾ ਜਿਹਦੇ ਵਿੱਚ ਥੱਲੇ ਉਹਦੀ ਮੈਗਜ਼ੀਨ ਪੈਂਦੀ ਆ, ਤੇ ਰਿਵਾਲਵਰ ਉਹ ਹੁੰਦਾ ਜਿਹਦਾ ਚੈਂਬਰ ਹੁੰਦਾ, ਘੁੰਮਦਾ ਜਿਹਦੇ ਵਿੱਚ, ਜਿਹੜਾ ਰਿਵਾਲਵ ਕਰਦਾ। ਸੋ ਇਹਦੇ ਵਿੱਚ ਕੀ ਹੋਰ ਕੈਟਾਗਰੀਜ਼ ਨੇ, ਇਹਨਾਂ ਦੀ ਕੀ ਟੈਕਨੀਕਲ ਸਪੈਸੀਫਿਕੇਸ਼ਨ ਹੁੰਦੀ ਹੈ, ਇਹ ਜੇ ਤੁਸੀਂ ਦੱਸ ਸਕੋ। ਆਮ ਤੌਰ ਤੇ ਜਿਹੜੇ ਮਾਡਰਨ ਫਾਇਰ ਆਰਮਸ ਦੇ ਵਿੱਚ ਹੈਗੇ ਆ, ਉਹਦੇ ਵਿੱਚ ਇਹ 2 ਹੀ ਹੈਗੇ ਆ। ਇਹਨੂੰ ਆਪਾਂ ਪਿਸਟਲ ਕਹਿ ਦਿੰਦੇ ਆ, ਕਿਉਂਕਿ ਇਹ ਸੈਮੀ ਆਟੋਮੈਟਿਕ ਹੁੰਦਾ। ਇੱਕ ਵਾਰੀ ਤੁਸੀਂ ਮੈਗਜ਼ੀਨ ਅਟੈਚ ਕਰਕੇ ਤਾਂ ਇਹਨੂੰ ਇੱਕ ਵਾਰੀ ਕੌਕ ਕਰ ਲਓ, ਉਹ ਤੋਂ ਬਾਅਦ ਤੁਸੀਂ ਜਿੰਨਾ ਤੇਜ਼ ਟ੍ਰਿਗਰ ਪੁੱਲ ਕਰੀ ਜਾਵੋਗੇ ਇਹੋ ਚੱਲੀ ਜਾਊਗਾ। ਤੁਸੀਂ ਆਪ ਇਹਨੂੰ ਦੁਬਾਰਾ ਲੋਡਿੰਗ ਅਨਲੋਡਿੰਗ ਨਹੀਂ ਕਰਨੀ, ਇਹਨ ਆਪੇ ਚੱਲੀ ਜਾਣਾ। ਹੁਣ ਔਨ ਦਾ ਅਦਰ ਹੈਂਡ ਜੇ ਮੈਂ ਆਹ ਸ਼ਾਟਗਨ ਦੀ ਗੱਲ ਕਰਾਂ, ਇਹਦੇ ਵਿੱਚ 2 ਕਾਰਟ੍ਰਿਜ ਪੈਣੇ ਆ। ਜਦੋਂ ਮੈਂ 2 ਚਲਾਏ ਫਿਰ ਮੈਂ ਖੋਲੂੰਗਾ, 2 ਹੋਰ ਪਾਉਂਗਾ, ਫਿਰ ਚਲਾਉਂਗਾ। ਸੋ ਇਹ ਸੈਮੀ ਆਟੋਮੈਟਿਕ। ਜੇ ਇਹ ਫੁੱਲ ਆਟੋਮੈਟਿਕ ਹੋਣ ਫਿਰ ਟ੍ਰਿਗਰ ਨੂੰ ਇੱਕ ਵਾਰੀ ਪੁੱਲ ਕਰ ਦਿਓ, ਇਹ ਲਗਾਤਾਰ ਚੱਲੀ ਜਾਣਾ। ਜਿਹੜੇ ਫੁੱਲ ਆਟੋਮੈਟਿਕ ਹੈਗੇ, ਜਿਹੜੇ ਆਪਣੇ ਦੇਸ਼ ਬਹੁਤ ਚਿਰ ਦੇ ਬੈਨ ਹੈਗੇ ਪਹਿਲਾਂ ਜੀ। ਅੱਛਾ, ਹੁਣ ਬੜੀ ਇੰਟਰਸਟਿੰਗ ਗੱਲ ਜਿਹੜੀ ਤੁਸੀਂ ਇੱਕ ਵਿੱਚ ਦੱਸੀ ਕਿ ਇਹ ਸੈਮੀ ਆਟੋਮੈਟਿਕ ਨੇ। ਜਿਹੜਾ ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ ਅਕਸਰ ਪਿਸਟਲਸ ਦੇ ਵਾਸਤੇ, ਉਹ ਹੈ ਕੌਕਿੰਗ। ਕੌਕਿੰਗ ਕੀ ਹੁੰਦੀ ਹੈ ਔਰ ਕਿਉਂ ਕਰਨੀ ਪੈਂਦੀ ਹੈ? ਕੌਕਿੰਗ ਜੇ ਹੁਣ ਮੈਂ ਇਸ ਪਿਸਟਲ ਨੂੰ ਚੱਕ ਕੇ ਇਹਦਾ ਜਿਹੜਾ ਸਲਾਈਡਰ ਪਿੱਛੇ ਪੁੱਲ ਕਰ ਦਵਾਂ, ਜੇ ਇਸ ਤਰੀਕੇ ਨਾਲ ਚੱਕਿਆ ਜਾਵੇ ਔਰ ਇਹਨੂੰ ਇੱਧਰ ਪਿੱਛੇ ਪੁੱਲ ਕੀਤਾ ਜੀ, ਮੈਂ ਪੂਰਾ ਨਹੀਂ ਕਰੂੰਗਾ, ਪੁੱਲ ਨਹੀਂ ਕਰੂੰਗਾ, ਇਹਨੂੰ ਫਿਰ ਆਪਾਂ ਕਹਿ ਦਿੰਦੇ ਹੈਗੇ ਵੀ ਮੈਂ ਇਹਨੂੰ ਕੌਕ ਕਰ ਦਿੱਤਾ, ਫਾਇਰਿੰਗ ਦੇ ਲਈ ਰੈਡੀ ਕਰ ਦਿੱਤਾ। ਰਿਵਾਲਵਰ ਦਾ ਜਿਹੜਾ ਆਹ ਹੈਗਾ ਆ
ਹੈਮਰ ਆ ਜਿਹੜਾ ਇਹਨੂੰ ਜਿਵੇਂ ਪਿੱਛੇ ਪੁੱਲ ਕਰਨਾ, ਹੁਣ ਪੁੱਲ ਨਹੀਂ ਹੋਣਾ ਕਿਉਂਕਿ ਲੌਕਡ ਆ। ਇਹਨਾਂ ਦੇ ਉੱਤੇ ਆਪਣੇ ਇੱਥੇ ਲੌਕ ਲੱਗੀ ਹੈ ਜੀ, ਬਿਲਟ ਇਨ ਲੌਕ ਹੈ। ਸੋ ਉਹਨੂੰ ਪਿੱਛੇ ਕਰ ਦਈਏ ਸ਼ੂਟਿੰਗ ਲਈ ਰੈਡੀ, ਉਹਨੂੰ ਕਹਿੰਦੇ ਕੌਕ ਕਰ ਦੇਣਾ। ਉਹ ਜਿਹੜੀ ਟਰਮ ਯੂਜ਼ ਕਰਦੇ ਹੈਗੇ ਆ ਉਹ ਇਸ ਕੰਮ ਲਈ ਹੈਗੀ ਕੌਕ। ਸੋ ਜਦੋਂ ਤੁਸੀਂ ਕਿਹਾ ਕਿ ਪਿਸਟਲ ਰਿਵਾਲਵਰ ਜਿਹੜਾ ਹੈ, ਜਦੋਂ ਜੇ ਤੁਸੀਂ ਫਾਇਰ ਕਰਨਾ ਇੱਕ ਵਾਰ ਫਾਇਰ ਕਰਨ ਤੋਂ ਬਾਅਦ ਉਹਨੂੰ ਦੁਬਾਰਾ ਕੌਕ ਕਰਨਾ ਪੈਣਾ ਤਾਂ ਜਾ ਕੇ ਦੂਸਰੀ ਗੋਲੀ ਚੱਲੇਗੀ। ਨਹੀਂ, ਰਿਵਾਲਵਰ ਤੁਸੀਂ ਜਿੰਨੀ ਵਾਰੀ ਟ੍ਰਿਗਰ ਪੁੱਲ ਕਰੀ ਜਾਓਗੇ ਨਾ ਉਹ ਰਿਵਾਲਵ ਕਰੀ ਜਾਏਗਾ, ਉਹ ਚੱਲੀ ਜਾਏਗਾ। ਔਰ ਪਿਸਟਲ ਦੇ ਵਿੱਚ ਤੁਸੀਂ ਕਿਹਾ ਇਹ ਸੈਮੀ ਆਟੋਮੈਟਿਕ ਹੈ, ਪਰ ਜੇ ਆਟੋਮੈਟਿਕ ਹੋਵੇ ਤਾਂ ਫਿਰ ਉਹਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਪੈਂਦੀ। ਹਾਂਜੀ, ਇਹਨੂੰ ਵੀ ਆਪਾਂ ਸਿਰਫ ਇੱਕ ਵਾਰੀ ਕੌਕ ਕਰਨਾ, ਫਿਰ ਇਹ ਜਿੰਨੀ ਵਾਰੀ ਸ਼ੂਟ ਕਰਨਾ, ਇਹ ਕਾਰਟ੍ਰਿਜ ਕੱਢ ਕੇ ਬਾਹਰ ਮਾਰਨੀ ਹੈ, ਇਜੈਕਟ ਕਰ ਦੇਣੀ ਹੈ, ਦੂਜੀ ਕਾਰਟ੍ਰਿਜ ਲੋਡ ਕਰ ਲੈਣੀ ਹੈ। ਰਿਵਾਲਵਰ ਦੇ ਵਿੱਚ ਜਿਹੜਾ ਕਾਰਟ੍ਰਿਜ ਸ਼ੂਟ ਹੋ ਗਿਆ ਉਹ ਰਿਵਾਲਵ ਹੋ ਜਾਊਗਾ, ਅਗਲਾ ਆ ਜਾਊਗਾ ਜੀ, ਇਹ ਫਰਕ ਹੈ। ਅੱਛਾ, ਹੈਂਡਗਨ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਹੈਂਡਗਨ ਸਿਰਫ ਦੀ ਕੈਟਾਗਰੀ ਦੇ ਵਿੱਚ ਸਿਰਫ ਇਹ ਦੋ ਚੀਜ਼ਾਂ ਹੀ ਆਉਂਦੀਆਂ ਜਾਂ ਕੋਈ ਹੋਰ ਕੈਟਾਗਰੀ ਵੀ ਹੈਗੀ ਇਸ ਤੋਂ? ਹੈਂਡਗਨ ਦੇ ਵਿੱਚ ਆਮ ਤੌਰ ਤੇ ਇਹੋ ਹੀ ਆਉਣਗੇ ਜੀ, ਰਿਵਾਲਵਰਸ ਐਂਡ ਪਿਸਟਲ। ਜਿਹੜੀ ਆਪਾਂ ਟਰਮ ਯੂਜ਼ ਕਰ ਰਹੇ ਹਾਂ ਵੀ ਇੱਕ ਹੱਥ ਨਾਲ ਨਿਸ਼ਾਨਾ ਲਿਆ ਜਾ ਸਕਦਾ ਹੈ, ਤਾਂ ਆਪਾਂ ਨੂੰ ਹੈਂਡਗਨ ਦਾ ਨਾਮ ਦਿੱਤਾ ਹੈ ਜਾਂ ਇਸ ਇੰਡਸਟਰੀ 'ਚ ਨਾਂ ਚੱਲਦਾ ਹੈ ਜੀ। ਸੋ ਹੁਣ ਜਿਹੜੇ ਗਵਰਨਮੈਂਟ ਨੇ ਬੈਨ ਪ੍ਰਪੋਜ਼ ਕਰ ਰਹੀ ਹੈ, ਜੋ ਨਵਾਂ ਲੈਜਿਸਲੇਸ਼ਨ ਲੈ ਕੇ ਆਉਣਾ, ਉਹਦੇ ਵਿੱਚ ਸਿਰਫ ਹੈਂਡਗਨਸ ਨੂੰ ਟਾਰਗੇਟ ਕੀਤਾ ਜਾ ਰਿਹਾ? ਉਹਦੇ ਵਿੱਚ ਜੀ ਪਹਿਲਾਂ ਤਾਂ ਸ਼ੁਰੂ ਹੋਇਆ ਸੀਗਾ ਜਿਹੜੀਆਂ ਮਿਲਟਰੀ ਸਟਾਈਲ ਗਨਸ ਹੈਗੀਆਂ। ਹੁਣ ਆਪਣੇ ਕੋਲ ਜਿੱਦਾਂ ਆ ਇੱਕ ਗਨ ਪਈ ਹੈਗੀ ਆ, ਇਹੋ AK-74 ਗਨ, ਮੈਂ ਇਹਨੂੰ ਤਾਂ ਗੋਲਡ ਪਲੇਟਡ ਕਰਕੇ ਰੱਖਿਆ ਹੈ ਸ਼ੌਕੀਆ ਤੌਰ ਤੇ। ਇਹਨੂੰ ਪਹਿਲਾਂ ਬੈਨ ਕੀਤਾ ਗਿਆ, ਇਹ ਹੋਈਆਂ ਬੈਨ। ਹੁਣ ਜਿਹੜੀ ਟਰਮ ਯੂਜ਼ ਕੀਤੀ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਸ ਦਿਨ, ਉਹ ਕਹਿੰਦੇ ਫਰੀਜ਼। ਸੋ ਮੈਨੂੰ ਆ ਪਿਛਲੇ 3 ਦਿਨ ਤੋਂ ਮੇਰੇ ਫੋਨ ਬਹੁਤ ਜ਼ਿਆਦਾ ਬਿਜ਼ੀ ਆ, ਮੇਰੇ ਤੋਂ ਇਹ ਕੁਐਸਚਨ ਪੁੱਛਿਆ ਜਾਂਦਾ ਔਰ ਇਹੋ ਹੀ ਜਵਾਬ ਫਰੀਜ਼ ਕੀਤੀ। ਜਿਨ੍ਹਾਂ ਦੇ ਕੋਲ ਹੁਣ ਲਾਇਸੈਂਸ ਆ, ਜਿਨ੍ਹਾਂ ਕੋਲ ਰਿਵਾਲਵਰ ਪਿਸਟਲ ਹੈਗੇ ਆ, ਉਹ ਰੱਖ ਸਕਣਗੇ, ਉਹ ਆਪਣੀ ਰੇਂਜ ਤੇ ਜਾ ਕੇ ਪ੍ਰੈਕਟਿਸ ਕਰ ਸਕਣਗੇ। ਜਿਹੜੇ ਨਵੇਂ ਲਾਇਸੈਂਸ ਹੋਣਗੇ ਉਹਨਾਂ ਨੂੰ ਨਹੀਂ ਲੈਣ ਦਿੱਤੇ ਜਾਣਗੇ। ਅੱਛਾ, ਕੀ ਇਹ ਵੀ ਗੱਲ ਸਹੀ ਹੈ ਕਿ ਜਿਨ੍ਹਾਂ ਕੋਲ ਹੈਂਡਗਨਸ ਹੈਗੀਆਂ ਹੁਣ ਐਗਜ਼ਿਸਟਿੰਗ, ਉਹ ਕਿਸੇ ਹੋਰ ਨੂੰ ਨਹੀਂ ਵੇਚ ਸਕਦੇ? ਇਸ ਟਾਈਮ ਤੇ ਵੇਚ ਸਕਦੇ ਆ ਕਿਉਂਕਿ ਹਲੇ ਲਾਅ ਟੇਬਲ ਹੋਇਆ, ਤੇ ਜਦੋਂ ਜੇ ਕਹਿ ਲਓ ਵੀ ਤੁਸੀਂ ਨਵੰਬਰ 'ਚ ਲਾਅ ਬਣ ਗਿਆ, ਫਿਰ ਇਹੋ ਕਿਹਾ ਗਿਆ ਵੀ ਤੁਸੀਂ ਬਿਲਕੁਲ ਟ੍ਰਾਂਸਫਰ ਨਹੀਂ ਕਰ ਸਕਦੇ, ਬਾਏ ਸੈਲ ਟ੍ਰਾਂਸਫਰ ਸਾਰਾ ਕੁਝ। ਸੋ ਤੁਹਾਡਾ ਪਿਸਟਲ ਰਿਵਾਲਵਰ ਤੁਹਾਡੇ ਕੋਲ ਹੀ ਰਹੇਗਾ, ਤੁਸੀਂ ਉਹਨੂੰ ਰੇਂਜ ਤੇ ਪ੍ਰੈਕਟਿਸ ਕਰ ਸਕਦੇ ਆ ਜਿੱਦਾਂ ਅੱਗੇ ਹੈਗਾ ਹੀ ਆ, ਪਰ ਨਵੇਂ ਨਹੀਂ ਲੈ ਸਕਦੇ। ਅੱਛਾ, ਗੱਲ ਕਰੀਏ ਜਿਹੜਾ ਯੂਵਾਲਡੇ ਦੇ ਵਿੱਚ ਟੈਕਸਸ ਦੇ ਵਿੱਚ ਸ਼ੂਟਿੰਗ ਹੋਈ ਹੈ, ਜਿੱਥੇ 19 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ, 2 ਟੀਚਰਸ, ਉੱਥੇ ਜਿਹੜੀ ਅਸੌਲਟ ਰਾਈਫਲ ਜਿਹੜੀ ਯੂਜ਼ ਕੀਤੀ ਗਈ ਸੀ AR-15। AR-15 ਬਾਰੇ ਤੁਸੀਂ ਕੀ ਦੱਸ ਸਕਦੇ ਹੋ? ਇਹਦਾ ਕੀ ਯੂਜ਼ ਹੈ, ਕਿਉਂ ਲੋਕ ਇਹਨੂੰ ਵਰਤਦੇ? ਇੱਕ ਤਾਂ ਜੀ ਮੈਂ ਕਹਿਣਾ ਚਾਹੁੰਦਾ ਆ ਕਿ ਅਸੀਂ ਲੱਕੀਆਂ, ਅਸੀਂ ਕੈਨੇਡੀਅਨ ਲੋਕ ਆ ਨਾ ਜਿਹੜੇ, ਸਾਡੀ ਸਾਈਕੋਲੋਜੀ ਅਮਰੀਕਨ ਲੋਕਾਂ ਨਾਲ ਬਹੁਤ ਵੱਖਰੀ ਆ। ਉਹ ਲੋਕ ਹਥਿਆਰਾਂ ਦਾ ਮਤਲਬ ਕੁਝ ਹੋਰ ਕੱਢਦੇ ਆ, ਅਸੀਂ ਹਥਿਆਰਾਂ ਦਾ ਮਤਲਬ ਕੁਝ ਹੋਰ ਕੱਢਦੇ ਆ। ਜਿਹੜੀਆਂ ਮੈਂ ਕਲਾਸਾਂ ਟੀਚ ਕਰਦਾ ਉਹਦੇ ਵਿੱਚ ਮੇਰਾ ਪੂਰਾ ਜ਼ੋਰ ਲਗਾਇਆ ਹੁੰਦਾ, ਇਹੋ ਸਪੋਰਟਸ ਆਈਟਮਸ ਹੈਗੀਆਂ ਆ, ਇਹ ਸਪੋਰਟਸ ਆਈਟਮ ਆ, ਕਿਸੇ ਨੂੰ ਹਾਰਮ ਕਰਨ ਲਈ ਨਹੀਂ। ਇਹਦੇ ਨਾਲ ਆਪਾਂ ਕੰਪੀਟੀਸ਼ਨ ਕਰਨਾ ਆ, ਹੰਟਿੰਗ ਕਰਨੀ ਹੈਗੀ ਆ। ਜਿਹੜੀ AR-15 ਦੇ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਨਾ, ਇਹ ਅਮਰੀਕਨ ਆਰਮੀ ਦੀ ਅਸੌਲਟ ਰਾਈਫਲ ਹੈਗੀ ਆ। ਪਹਿਲਾਂ AR-15 ਨਾ ਹੁੰਦਾ ਸੀਗਾ, ਫਿਰ M16 ਬਣਾ ਕੇ ਮਿਲਟਰੀ ਨੂੰ ਦੇ ਦਿੱਤੀ, AR-15 ਸਿਵਲ 'ਚ ਕਰ ਦਿੱਤੀ। ਮੈਂ ਵੀ ਰੱਖੀ ਆ, ਮੇਰੇ ਕੋਲ ਹੁੰਦੀਆਂ ਸੀ AR-15 ਟਾਰਗੇਟ ਸ਼ੂਟਿੰਗ ਵੀ ਉਹਨਾਂ ਕੀਤੀ ਹੈਗੀ ਹੈ। ਸੋ ਉਹ ਬੇਸਿਕਲੀ ਆਰਮੀ ਦੀ ਇੱਕ ਅਸੌਲਟ ਰਾਈਫਲ ਆ। ਅੱਛਾ, AR-15 ਦੀ ਜੇ ਅਸੀਂ ਗੱਲ ਕਰੀਏ, is it a semi automatic rifle or a complete automatic rifle? ਉਹਨਾਂ ਦੇ ਵਿੱਚ ਜੀ 3 ਆਪਸ਼ਨ ਆਉਂਦੇ ਹੈਗੇ ਜਿਹੜੀਆਂ ਉਹਨਾਂ ਦੇ ਕੋਲ ਹੈਗੀਆਂ। ਕੈਨੇਡਾ ਦੇ ਵਿੱਚ ਜਿੰਨੀਆਂ ਵੀ AR-15 ਆ, ਉਹਦੇ 2 ਆਪਸ਼ਨ ਆ। ਇੱਕ ਤਾਂ ਹੈਗਾ ਵੀ ਤੁਸੀਂ ਉਹਨੂੰ ਸੈਮੀ ਆਟੋਮੈਟਿਕ ਤੇ ਸ਼ੂਟ ਕਰ ਲਓ, ਦੂਜਾ ਉਹਨੂੰ ਸੇਫ ਕਰ ਦਿਓ। ਉਹਨਾਂ ਦੇ ਕੋਲ ਆਉਂਦੀ ਹੈਗੀ ਆ ਉਹਨੂੰ ਸੇਫ, ਸੈਮੀ ਆਟੋਮੈਟਿਕ, ਫੁੱਲ ਆਟੋਮੈਟਿਕ। ਇੱਕ ਆਰਮੀ ਦੇ ਕੋਲ ਸ਼ਾਇਦ ਉਹ 3rd ਆਪਸ਼ਨ ਵੀ ਹੈ, ਉਹਨੂੰ ਬਰਸਟ ਕਹਿੰਦੇ ਆ। ਉਹ ਬਰਸਟ ਤੇ ਕਰ ਦੋ, ਜਿੰਨੇ ਵਿੱਚ ਤੁਸੀਂ ਕਰੀ ਟ੍ਰਿਗਰ ਪੁੱਲ ਕਰਨਾ, ਤੁਹਾਨੂੰ ਸਿਰਫ 3 ਸ਼ੂਟ ਕਰਨੀਆਂ, ਫਿਰ ਟ੍ਰਿਗਰ ਰਿਲੀਜ਼ ਕਰਨਾ, ਫਿਰ ਪੁੱਲ ਕਰਨਾ। ਸੋ ਉਹ ਆਲ ਇਨ ਆਲ ਮਿਲਟਰੀ ਗਨ ਆ। ਅੱਛਾ, ਜਿਹੜੇ ਲੋਕ ਪੰਜਾਬ ਤੋਂ ਤਾਲੁਕ ਰੱਖਦੇ, ਇੰਡੀਆ ਤੋਂ ਤਾਲੁਕ ਰੱਖਦੇ ਆ, ਆਮ ਤੌਰ ਤੇ 2 ਤਰੀਕੇ ਦੀ ਗਨਸ ਹੈ ਜਿਨ੍ਹਾਂ ਨੂੰ ਬਹੁਤ ਛੇਤੀ ਆਇਡੈਂਟੀਫਾਈ ਕਰਦੇ ਆ। ਹਾਂਜੀ, ਇੱਕ ਹੁੰਦੀ ਸੀ ਦਨਾਲੀ, ਜਿਹੜੀ ਸਾਡੇ ਲੋਕਾਂ ਦੇ, ਆਮ ਲੋਕਾਂ ਦੇ ਘਰਾਂ ਦੇ ਵਿੱਚ ਰੱਖੀ ਹੁੰਦੀ ਸੀ, ਜਿਹਨੂੰ ਅਸੀਂ ਬੋਰ ਦੇ ਹਿਸਾਬ ਦੇ ਨਾਲ ਪਛਾਣਦੇ ਸੀ ਵੀ ਇਹ 12 ਬੋਰ ਦੀ ਆ ਬਈ। ਤੇ ਇੱਕ ਉਹ ਜਿਹੜੀ ਸੀ ਪੁਲਿਸ ਵਾਲਿਆਂ ਦੇ ਹੱਥਾਂ ਦੇ ਵਿੱਚ ਅਸੀਂ ਦੇਖੀ AK-47 ਜਿਹੜੀ ਰਾਈਫਲ ਸੀਗੀ। ਹਾਂਜੀ, ਜੇ ਤੁਸੀਂ ਦੱਸ ਸਕੋ ਵੀ ਬੋਰ ਦਾ ਕੀ ਮਤਲਬ ਹੈ, ਕੀ ਇਹ ਕੈਲੀਬਰ ਹੁੰਦਾ ਕਿਸੇ ਗਨ ਦਾ? ਬੋਰ ਦਾ ਮਤਲਬ ਤਾਂ ਕੈਲੀਬਰ ਦਾ ਮਤਲਬ ਸੇਮ ਹੀ ਹੈ ਜੀ, ਸਾਈਜ਼। ਜੇ ਤੁਹਾਨੂੰ ਕੋਈ ਪੁੱਛਦਾ ਤੇਰੇ ਕੋਲ ਗਨ ਜਿਹੜੀ ਉਹ ਕਿੰਨੇ ਬੋਰ ਦੀ ਆ, ਸੋ ਪੁੱਛ ਰਿਹਾ ਇਨਸਾਈਡ ਡਾਇਆਮੀਟਰ ਆਫ ਦਾ ਬੈਰਲ, ਕੀ ਸਾਈਜ਼ ਜੀ, ਜਿਹੜਾ ਕਾਰਟ੍ਰਿਜ ਬਣਾ ਉਹਦਾ ਕੀ ਸਾਈਜ਼। ਕੈਲੀਬਰ ਦਾ ਮਤਲਬ ਇਹ ਹੁੰਦਾ
ਤੁਸੀਂ ਕਿਤੇ ਹੁਣ ਦੇਖਿਆ ਹੋਣਾ, ਕਦੇ ਕਿਤੇ ਆਪਾਂ ਲਫ਼ਜ਼ ਅੱਛੇ ਬੰਦੇ ਲਈ ਕਿਤੇ ਵਰਤਣਾ ਹੋਵੇ, ਕਹਿੰਦੇ ਬੰਦਾ ਬੜਾ ਹਾਈ ਕੈਲੀਬਰ ਬੰਦਾ, ਬੜਾ ਅੱਛਾ ਬੰਦਾ। ਤੇ ਕੈਲੀਬਰ ਦਾ ਤਾਂ ਬੋਰ ਦਾ ਮਤਲਬ ਇੱਕੋ ਹੀ ਹੈਗਾ, ਸਾਈਜ਼ ਕੀ ਇਹਦਾ, ਸਾਈਜ਼ ਕੀ। ਹਾਂ। ਅੱਛਾ, ਹੁਣ ਆਪਾਂ ਗੱਲ ਕਰੀਏ AK-47 ਦੀ। ਜੀ। AK-47 ਜਿਹੜੀ ਇਹ ਅਸਾਲਟ ਰਾਈਫਲ ਹੀ ਹੈ, ਅਸਾਲਟ ਰਾਈਫਲ ਹੀ ਹੈ। ਇਹਨੂੰ ਇੰਡੀਆ ਦੇ ਵਿੱਚ ਲਾਅ ਐਨਫੋਰਸਮੈਂਟ ਦੇ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਂਦਾ। ਕੀ ਕਾਰਨ ਹੈ ਕਿ ਇਹ ਇੰਨੀ ਕਾਮਯਾਬ ਹੋਈ ਹੈ ਦੁਨੀਆ ਦੇ ਵਿੱਚ? ਇਹਦਾ ਜੇ ਪੰਜਾਬੀ ਚ ਕਹੀਏ ਨਾ, ਹਊਆ ਬਣਿਆ ਆ। ਜਦੋਂ ਇਹਨਾਂ ਨੇ ਇਹ ਬੰਦ ਕੀਤੀਆਂ, ਮੈਂ ਖੁਦ ਵੀ ਇਹਦੇ ਹੱਕ 'ਚ ਹੀ ਸੀਗਾ। ਸਿਵਿਲੀਅਨਸ ਦੇ ਕੋਲ AK-47, AR-15 ਫੁੱਲ ਆਟੋਮੈਟਿਕ ਹੋਣ ਦਾ ਕੋਈ ਮਤਲਬ ਨਹੀਂ ਹੈਗਾ। ਮੇਰੇ ਕੁਝ ਦੋਸਤ ਕਹਿੰਦੇ ਆ ਵੀ ਤੂੰ ਆਪ ਰੱਖੀਆਂ ਚਲਾਈਆਂ, ਹੁਣ ਤੂੰ ਕਹਿੰਦਾ ਨਾ ਹੋਣ। ਮੈਂ ਕਹਿੰਦਾ ਦੇਖੋ, ਸੁਸਾਇਟੀ ਦੇ ਸਮਝ ਦੀ ਗੱਲ ਆ, ਇਹ ਬੜੇ ਪਿਆਰੇ ਦੇਸ਼ 'ਚ ਅਸੀਂ ਰਹਿੰਦੇ ਆ। ਜੇ ਕਾਨੂੰਨ ਕਹਿੰਦਾ ਵੀ ਇਹਦਾ ਕੋਈ ਕੰਮ ਨਹੀਂ ਹੈਗਾ, ਅਸਲੀਅਤ ਇਹੋ ਹੀ ਆ ਨਾ। ਹੁਣ AK-47 ਜਿਹੜੀ ਨਾ ਤਾਂ ਇਹਦੇ ਨਾਲ ਚੱਜ ਨਾਲ ਟਾਰਗੇਟ ਸ਼ੂਟਿੰਗ ਹੁੰਦੀ ਹੈ, ਹੰਟਿੰਗ ਤੁਸੀਂ ਇਹਨਾਂ ਕਰ ਨਹੀਂ ਸਕਦੇ, ਲੌਂਗ ਰੇਂਜ ਇਹ ਸ਼ੂਟ ਨਹੀਂ ਕਰਦੀ ਹੈਗੀ। ਇਹ ਬਣੀਓ ਹੈਗੀ ਆ ਅਸਾਲਟ ਦੇ ਲਈ, ਆਰਮੀ ਦੇ ਲਈ, ਵਾਰ ਲਈ। ਇਸ ਕਰਕੇ ਮੈਂ ਕਦੇ ਇਹਦੇ ਹੱਕ 'ਚ ਨਹੀਂ ਹੋਇਆ। ਬੇਸ਼ੱਕ ਮੈਂ ਖੁਦ ਰੱਖੀਆਂ, ਜਿਹੜੀ ਆਪਣੇ ਕੋਲ ਇਸ ਵੇਲੇ ਟੇਬਲ ਤੇ ਪਈ ਹੈਗੀ ਆ। ਸੋ ਜੇ ਮੈਂ ਤੁਹਾਡੀ ਗੱਲ ਨੂੰ ਸਹੀ ਸਮਝ ਰਿਹਾ ਹਾਂ, ਤੇ ਚਲਾਉਣ ਵਾਲੇ ਦੇ ਜੇ 20-25 ਮੀਟਰ ਦੇ ਡਾਇਆਮੀਟਰ ਦੇ ਵਿੱਚ ਬਹੁਤ ਸਾਰੇ ਲੋਕ ਨੇ ਔਰ ਉਹਨਾਂ ਨੂੰ ਟਾਰਗੇਟ ਕਰਨਾ ਚਾਹੁੰਦਾ, ਜਿਵੇਂ ਇਨਫੈਂਟਰੀ ਅਕਸਰ ਬੈਟਲਫੀਲਡ ਤੇ ਕਰਦੀ ਹੈ, ਤਾਂ ਇਹੋ ਜਿਹੀ ਗਨਸ ਕਾਮਯਾਬ। ਐਗਜ਼ੈਕਟਲੀ, ਇਹ ਇਸੇ ਕੰਮ ਲਈ ਬਣੀਓ ਹੈਗੀ ਆ। ਇਹੋ ਆਰਮੀ ਦੇ ਵਿੱਚ ਆਪਣੇ ਦੁਸ਼ਮਣ ਨੂੰ ਮਾਰਨ ਦੇ ਲਈ। ਤੋ ਸਿਵਲ ਦੇ ਵਿੱਚ ਸਾਡੇ ਲਈ, ਸਾਡਾ ਤਾਂ ਉਸ ਚੀਜ਼ ਦਾ ਮਤਲਬ ਨਹੀਂ ਨਾ। ਅਸੀਂ ਤਾਂ ਸਪੋਰਟਸਮੈਨ ਹੈਗੇ ਆ। ਅਸੀਂ ਤਾਂ ਇਹਨਾਂ ਚੀਜ਼ਾਂ ਦੇ ਨਾਲ, ਮੈਂ ਬਹੁਤ ਵਾਰੀ ਕਲਾਸ 'ਚ ਵੀ ਆਮ ਕਹਿੰਦਾ ਹੁੰਦਾ, ਇਹ ਕੋਈ ਦੁਸ਼ਮਣੀ ਦੀ ਚੀਜ਼ ਨਹੀਂ ਹੈਗੀ, ਇਹ ਫਰੈਂਡਸ਼ਿਪ ਦਾ ਟੂਲ ਆ। ਇਹਨਾਂ ਦੋਸਤੀ ਬਣਦੀ ਆ। ਔਰ ਮੇਰੇ ਸਾਰੇ ਦੋਸਤਾਂ ਦੇ ਕੋਲ ਹਥਿਆਰ ਆ। ਮੇਰਾ ਨਹੀਂ ਖਿਆਲ ਮੈਂ ਇੱਕ ਵੀ ਦੋਸਤ ਹੋਊਗਾ ਜਿਹਦੇ ਕੋਲ ਨਹੀਂ ਹੋਣਗੇ। ਅਸੀਂ ਸਾਰੇ ਦੋਸਤ ਹਾਂ। ਅਸੀਂ ਆਪਣੀ ਜ਼ਿੰਦਗੀ ਬੱਚਿਆਂ ਦੇ ਨਾਲ ਰੇਂਜ ਤੇ ਲਿਜਾ ਕੇ, ਆਪਣੀ ਵਾਈਫ ਨੂੰ, ਬੱਚਿਆਂ ਨੂੰ ਜਾ ਕੇ ਇੰਜੋਏ ਕਰਦੇ ਹਾਂ। ਸੋ ਇਹ ਕੋਈ ਦੁਸ਼ਮਣ ਪਾਉਣ ਵਾਲਾ ਟੂਲ ਨਹੀਂ। ਜਿਹੜੀ ਗਨ ਦੀ ਯੂਜ਼ ਆ ਕੈਨੇਡਾ ਦੇ ਵਿੱਚ ਖਾਸ ਕਰ, ਇੱਕ ਤਾਂ ਹੋ ਗਿਆ ਉਹ ਲੋਕ ਜਿਹੜੇ ਸ਼ੌਕੀਆ ਨਿਸ਼ਾਨੇਬਾਜ਼ੀ ਕਰਦੇ ਆ, ਗਨ ਰੇਂਜਸ ਤੇ ਜਾਂਦੇ ਆ, ਉੱਥੇ ਆ। ਇੱਕ ਹੋ ਗਈ ਹੰਟਿੰਗ। ਹੰਟਿੰਗ ਦੇ ਵਿੱਚ ਕਿਹੋ ਜਿਹੀਆਂ ਗਨਸ ਜ਼ਿਆਦਾਤਰ ਯੂਜ਼ ਹੁੰਦੀਆਂ? ਮੈਂ ਜੀ ਹੰਟਿੰਗ ਦੇ ਜਿਹੜਾ ਕੋਰਸ ਹੈਗਾ ਉਹ ਸੈਪਰੇਟ ਹੁੰਦਾ। ਉਹ ਪ੍ਰੋਵਿੰਸ਼ੀਅਲ ਆ, ਗਨ ਲਾਇਸੈਂਸ ਫੈਡਰਲ ਆ। ਸੋ ਕੈਨੇਡਾ 'ਚ ਗਨ ਲਾਇਸੈਂਸ ਇੱਕੋ ਹੀ ਹੈਗਾ, ਸਾਰੇ ਕੰਟਰੀ ਦੇ ਵਿੱਚ ਉਹੀ ਚੱਲਦਾ ਹੈ। ਇਹ ਪ੍ਰੋਵਿੰਸ਼ੀਅਲ ਹੁੰਦਾ। ਜਿਹੜੀਆਂ ਗਨਸ ਯੂਜ਼ ਕੀਤੀਆਂ ਜਾਂਦੀਆਂ ਹੈਗੀਆਂ, ਜਿਸ ਤਰ੍ਹਾਂ ਕਿ ਆਹ ਮੇਰੇ ਕੋਲ ਸ਼ਾਰਟ ਗਨ ਪਈ ਹੈਗੀ ਆ, ਇਹ ਹੋ ਗਈ। ਪੰਪ ਐਕਸ਼ਨ ਗਨਸ ਹੈਗੀਆਂ, ਸੈਮੀ ਆਟੋਮੈਟਿਕ ਸ਼ਾਰਟ ਗਨਸ ਹੈਗੀਆਂ, ਜਾਂ ਬੋਲਟ ਐਕਸ਼ਨ ਰਾਈਫਲਸ ਹੈਗੀਆਂ ਆਪਣੇ ਕੋਲ। ਸੋ ਉਹ ਜਿਹੜੀਆਂ ਗਨਸ ਹੈਗੀਆਂ ਉਹ ਹੰਟਿੰਗ ਔਰ ਟਾਰਗੇਟ ਸ਼ੂਟਿੰਗ ਲਈ ਵਰਤੀਆਂ ਜਾਂਦੀਆਂ। ਮੈਂ ਇੱਥੇ ਵੀ ਦੱਸ ਦੇਵਾਂ, ਕੈਨੇਡਾ ਦੇ ਵਿੱਚ ਆਪਾਂ ਨੂੰ ਗਨ ਲਾਇਸੈਂਸ ਸੈਲਫ ਡਿਫੈਂਸ ਲਈ ਨਹੀਂ ਮਿਲਦਾ। ਸਾਨੂੰ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਡਿਫੈਂਡ ਕਰਨਾ ਫਾਇਰ ਆਰਮ ਦੇ ਨਾਲ ਅਲਾਉਡ ਨਹੀਂ ਹੈਗਾ। ਸੋ ਜੇ ਤੁਹਾਡਾ ਕੋਈ ਸ਼ੌਕ ਹੈ ਨਹੀਂਗਾ, ਤਾਂ ਤੁਹਾਡੇ ਕੋਲ ਗਨ ਹੋਣੀ ਨਹੀਂ ਚਾਹੀਦੀ। ਫਿਰ ਮੈਂ ਇਹੋ ਕਹਿੰਦਾ ਹੁੰਦਾ ਵੀ ਜੇ ਤੁਸੀਂ ਗਨ ਲੈਣੀ ਆ ਨਾ, ਫਿਰ ਤੁਸੀਂ ਇਹਨੂੰ ਇੰਜੋਏ ਕਰੋ, ਰੇਂਜ ਤੇ ਚੱਲ ਜਾਓ। ਕਿਉਂਕਿ ਹੰਟਿੰਗ ਲੋਕ ਘੱਟ ਕਰਦੇ ਆ, ਟਾਰਗੇਟ ਸ਼ੂਟਿੰਗ ਲੋਕ ਬਹੁਤ ਕਰਦੇ ਆ। ਕੰਪੀਟੀਸ਼ਨ ਬਹੁਤ ਜ਼ਿਆਦਾ, ਆਪਣੇ ਬੱਚੇ ਹੁਣ ਬਹੁਤ ਜ਼ਿਆਦਾ ਕੰਪੀਟ ਕਰਦੇ ਔਰ ਬੜਾ ਸੋਹਣਾ ਸ਼ੂਟ ਕਰਦੇ। ਬੜੀ ਇੰਜੋਏਬਲ ਹੌਬੀ ਹੈਗੀ ਆ। ਸੋ ਇਹ ਟਾਰਗੇਟ ਸ਼ੂਟਿੰਗ ਲਈ ਮਿਲਦੀ ਆ ਔਰ ਹੰਟਿੰਗ ਲਈ ਮਿਲਦੀ ਆ ਜੀ। ਅੱਛਾ, ਇਸ ਤੋਂ ਬਾਅਦ ਆਪਾਂ ਇਹਨਾਂ ਗਨਸ ਦੀ ਗੱਲ ਕਰੀਏ ਕਿ ਕਈ ਗਨਸ ਦੇ ਉੱਪਰ ਸਕੋਪ ਲੱਗਾ ਹੁੰਦਾ। ਕੀ ਹਰ ਹੰਟਿੰਗ ਗਨ ਦੇ ਉੱਪਰ ਸਕੋਪ ਲੱਗ ਜਾਂਦਾ? ਇਹ ਪਰਸਨਲ ਪ੍ਰੈਫਰੈਂਸ ਹੁੰਦੀ ਹੈ ਜੀ। ਆਮ ਤੌਰ ਤੇ ਤਕਰੀਬਨ ਸਾਰੀਆਂ ਗਨਸ ਰੈਡੀ ਹੁੰਦੀਆਂ ਸਕੋਪ ਲਾਉਣ ਨੂੰ, ਕਿਉਂਕਿ ਤੁਸੀਂ ਸ਼ੂਟ ਲੌਂਗ ਰੇਂਜ ਕਰਦੇ ਆ ਨਾ, ਇਸ ਕਰਕੇ ਸਕੋਪ ਦੇ ਨਾਲ ਸ਼ੂਟ ਕਰਨਾ ਸੌਖਾ ਹੈ, ਨਹੀਂ ਤਾਂ ਦੂਰੋਂ ਦਿਸਦਾ ਨਹੀਂ ਹੈਗਾ। ਅਸੀਂ ਤਕਰੀਬਨ ਹਰ ਇੱਕ ਹੰਟਿੰਗ ਗਨ ਦੇ ਉੱਤੇ ਸਕੋਪ ਲਾ ਦਿੰਦੇ ਹੁੰਦੇ ਆ, ਜੇ ਉਹ ਰਾਈਫਲ ਹੋਵੇ। ਜੇ ਸ਼ਾਰਟ ਗਨ ਜਿਹਦਾ ਆਪਣੇ ਕੋਲ ਆਪ ਹੀ ਹੈਗੀ ਆ, ਫਿਰ ਇਹੋ ਸ਼ਾਰਟ ਰੇਂਜ ਤੇ ਸ਼ੂਟ ਕਰਦੀ ਆ, ਉਹ 'ਚ ਕੋਈ ਲੋੜ ਨਹੀਂ। ਅੱਛਾ, ਅਸੀਂ ਜੇ ਗੱਲ ਕਰੀਏ ਹੰਟਿੰਗ ਗਨਸ ਦੀ, ਕਈ ਵਾਰ ਹੰਟਰ ਜਿਹੜਾ ਹੈ, ਕਿਉਂਕਿ ਤੁਸੀਂ ਖੁਦ ਵੀ ਹੰਟਰ ਰਹੇ ਹੋ, ਹੰਟਰ ਜਿਹੜਾ ਹੰਟ ਕਰ ਰਿਹਾ ਔਰ ਜਾਨਵਰ ਜਿਹਨੂੰ ਹੰਟ ਕਰ ਰਿਹਾ ਉਹ ਵੱਡਾ ਜਾਨਵਰ ਹੈ, ਜਿਹਨੂੰ ਕਿ ਸਿੰਗਲ ਸ਼ਾਟ ਦੇ ਨਾਲ ਸ਼ਾਇਦ ਨਹੀਂ ਟੇਕ ਡਾਊਨ ਕੀਤਾ ਜਾਂਦਾ। ਤੇ ਕੀ ਫਿਰ ਉਸ ਵੇਲੇ ਇਹੋ ਜਿਹੀ ਗਨਸ ਵੀ ਹੁੰਦੀਆਂ ਜਿਹੜੀਆਂ ਛੇਤੀ ਦੇਣੀ ਦੂਸਰਾ ਸ਼ਾਟ ਵੀ ਲੈ ਸਕੋ, ਜਿਹਦੇ ਨਾਲ? ਆਮ ਤੌਰ ਤੇ ਜਿਹੜੀਆਂ ਤੁਹਾਡੀਆਂ ਹੰਟਿੰਗ ਰਾਈਫਲ ਹੈ ਜੀ, ਉਹ ਕੈਨੇਡਾ ਦੇ ਵਿੱਚ ਕੋਈ ਵੀ ਜਾਨਵਰ ਜਿਹੜਾ ਤੁਸੀਂ ਹੰਟ ਕਰਨਾ, ਜੇ ਤੁਸੀਂ ਉਹਨੂੰ ਜਿਹੜੀ ਅਪਰੋਪਰੀਏਟ ਯੂਜ਼ ਕਰਨੇ ਹੋ, ਇੱਕੋ ਹੀ ਸ਼ਾਟ ਨਾਲ ਜਾਨਵਰ ਮਰ ਜਾਂਦਾ। ਜੇ ਹੁਣ ਗਲਤ ਸ਼ਾਟ ਲੱਗ ਜਾਵੇ, ਜ਼ਖਮੀ ਹੋ ਜਾਂਦਾ, ਔਰ ਤੁਸੀਂ ਦੂਜਾ ਸ਼ਾਟ ਲੈ ਸਕਦੇ ਹੋ ਜੇ ਲੋੜ ਪਵੇ ਤਾਂ। ਪਰ ਇਹ ਜਿਹੜੀਆਂ ਗਨਸ ਹੈਗੀਆਂ ਜ਼ਿਆਦਾ ਪਾਵਰਫੁਲ ਹੈਗੀਆਂ, ਇੱਕ ਸ਼ਾਟ ਇਨਫ ਹੁੰਦਾ। ਮੈਂ ਲਾਇਨ ਹੰਟ ਕਰਕੇ ਆਇਆ ਸੀ ਇੱਕ ਵਾਰੀ, ਮੈਂ ਲਾਇਨ ਸ਼ੂਟ ਕੀਤਾ ਸੀ ਇੱਕੋ ਸ਼ਾਟ ਨਾਲ, ਸਿਰਫ ਇੱਕ ਗੋਲੀ ਦੇ ਨਾਲ। ਪ੍ਰੋਪਰ ਸ਼ਾਟ ਲੱਗਾ, ਇੱਕ ਬਹੁਤ ਹੁੰਦੀ ਹੈ। ਸੋ ਇਹ ਲਾਇਨ, ਤੁਸੀਂ ਕਿਹਾ ਵੀ ਲਾਇਨ ਹੰਟ ਕੀਤਾ, ਇਹ ਲਾਇਨ ਕਿੱਥੇ ਹੰਟ ਕੀਤਾ? ਮੈਂ ਅਫਰੀਕਾ ਗਿਆ ਸੀ ਸ਼ੇਰ ਦਾ ਸ਼ਿਕਾਰ ਕਰਨ। ਮੈਨੂੰ BC ਤੋਂ ਤਕਰੀਬਨ 40 ਸਾਲ ਹੋ ਗਏ ਸ਼ਿਕਾਰ ਕਰਦੇ
ਔਰ ਇਹ ਮੈਂ ਫਿਰ ਦੂਜੇ ਜਿਹੜੇ ਜਾਨਵਰਾਂ ਦਾ ਸ਼ਿਕਾਰ ਬਾਹਰਲੇ ਦੇਸ਼ਾਂ 'ਚ ਵੀ ਮੈਂ ਜਾਣਾ ਤਾਂ ਸ਼ੇਰ ਦਾ ਸ਼ਿਕਾਰ ਮੈਂ ਅਫਰੀਕਾ 'ਚ ਕੀਤਾ ਸੀ। ਸੋ ਇਹ ਸ਼ੇਰ ਦਾ ਸ਼ਿਕਾਰ ਕਰਨਾ ਤੁਹਾਡੇ ਵਾਸਤੇ ਕਿੱਦਾਂ ਔਖਾ ਰਿਹਾ ਕਿ ਕਿਸ ਤਰੀਕੇ ਦਾ, ਥੋੜਾ ਜਿਹਾ ਜੇ ਤੁਸੀਂ ਦੱਸ ਸਕੋ ਕਿੰਨੀ ਪਲੈਨਿੰਗ ਕਰਨੀ ਪਈ ਇਸ ਪਲੈਨਿੰਗ ਕਰਨੀ ਪਈ ਜੀ। ਅਸੀਂ ਇੱਥੋਂ ਆਪਣੀਆਂ ਬੰਦੂਕਾਂ ਕੈਨੇਡਾ ਤੋਂ ਲੈ ਕੇ ਗਏ ਸੀਗੇ। ਔਰ ਸਭ ਤੋਂ ਇੰਪੋਰਟੈਂਟ ਗੱਲ ਵੀ ਕਿਹੜੀ ਬੰਦੂਕ ਦੇ ਨਾਲ ਇਹਦਾ ਸ਼ਿਕਾਰ ਹੋਇਆ? ਮੇਰੇ ਕੋਲ ਜਿਹੜੀ ਆਮ ਹੰਟਿੰਗ ਰਾਈਫਲ ਹੈ ਜੀ, ਜਰਮਨ ਦੀ ਬਣੀ ਉਹ ਹੈਗੀ ਆ, ਬੋਲਟ ਐਕਸ਼ਨ ਗਨ ਹੈਗੀ ਆ। ਮੈਂ ਇੱਥੋਂ ਹੀ ਲੈ ਕੇ ਗਿਆ ਸੀ ਉਹਦੇ ਨਾਲ, ਮੈਨੂੰ ਤਾਂ ਕੌਨਫੀਡੈਂਸ ਬਹੁਤ ਆ ਕਿਉਂਕਿ ਮੈਂ 0 ਪ੍ਰੋਪਰਲੀ ਕੀਤਾ ਹੈਗਾ। ਸੋ ਆਪਣੀ ਇੱਥੋਂ ਰਾਈਫਲ ਤੇ ਐਮੂਨੀਸ਼ਨ ਲੈ ਕੇ ਸੀ, ਮੇਰੇ ਦੋਸਤ ਵੀ ਨਾਲ ਸੀਗੇ। ਸੋ ਅਸੀਂ ਉੱਥੇ ਫਿਰ ਸ਼ੇਰਾਂ ਦਾ ਸ਼ਿਕਾਰ ਕੀਤਾ ਸੀ। ਇਸ ਤੋਂ ਬਾਅਦ ਗੱਲ ਕਰੀਏ ਕਿ ਜਿਹੜੇ ਲੋਕ ਹੰਟਿੰਗ ਦੇ ਸ਼ੌਕੀਨ ਹੈ ਜਾਂ ਗਨਸ ਦੇ ਸ਼ੌਕੀਨ ਆ, ਹਾਂਜੀ, ਔਰ ਗਨਸ ਰੱਖਣਾ ਚਾਹੁੰਦੇ ਆ, ਉਹਨਾਂ ਵਾਸਤੇ ਲਾਇਸੈਂਸਿੰਗ ਪ੍ਰੋਸੈਸ ਦੀ ਗੱਲ ਕਰੀਏ, ਕਿੱਡਾ ਔਖਾ ਹੈ ਲਾਇਸੈਂਸ ਪ੍ਰੋਸੈਸ ਔਰ ਕਿੰਨੇ ਟੈਸਟ ਲਿਖਣੇ ਪੈਂਦੇ ਕਿ ਬਹੁਤ ਜ਼ਿਆਦਾ ਅੰਗਰੇਜ਼ੀ ਆਉਣੀ ਚਾਹੀਦੀ ਹੈ? ਨਹੀਂ ਜੀ, ਔਖਾ ਨਹੀਂ ਹੈਗਾ। 2 ਲਾਇਸੈਂਸ ਹੈਗੇ, ਇੱਕ ਲਾਇਸੈਂਸ ਗਨ ਦਾ ਉਹ ਫੈਡਰਲ ਹੋ ਗਿਆ, ਇੱਕ ਹੰਟਿੰਗ ਦਾ ਪ੍ਰੋਵਿੰਸ਼ੀਅਲ ਹੋ ਗਿਆ। 2 ਦਿਨ ਦੀ ਕਲਾਸ ਹੁੰਦੀ ਹੈਗੀ ਆ, ਵੀਕਐਂਡ ਤੇ ਕਲਾਸਾਂ ਚੱਲਦੀਆਂ ਰਹਿੰਦੀਆਂ ਹੈਗੀਆਂ। 2 ਦਿਨ ਕਲਾਸ ਦੇ ਵਿੱਚ ਪੜ੍ਹ ਕੇ ਤੁਸੀਂ ਐਪਲੀਕੇਸ਼ਨ ਆਰਸੀਐਮਪੀ ਨੂੰ ਭੇਜਣੀ ਹੈ। ਟ੍ਰੇਨਿੰਗ ਪੂਰੀ ਦੇ ਰਹੀ ਵੀ ਲਾਅ ਕੀ ਹੈਗੇ, ਆਪਣਾ ਪ੍ਰੈਕਟੀਕਲੀ ਇਹਦੀ ਲੋਡਿੰਗ ਅਨਲੋਡਿੰਗ ਕਿੱਦਾਂ ਕਰਨੀ ਹੈ, ਹੈਂਡਲ ਕਿੱਦਾਂ ਕਰਨਾ, ਗਨ ਨੂੰ ਸਟੋਰ ਕਿੱਦਾਂ ਕਰਨਾ ਘਰ। ਜਿੱਦਾਂ ਹੁਣ ਆਪਾਂ ਆਹ ਗਨਸ ਰੱਖੀਆਂ ਸਟੋਰ ਕਰਨੀਆਂ ਤਾਂ ਆਪਾਂ ਟ੍ਰਿਗਰ ਲੌਕ ਲਾਏ ਹੋ ਹੈਗੇ ਆ, ਇਹਦੇ ਉੱਤੇ ਆ ਲੱਗਾ, ਇਸ ਤਰੀਕੇ ਨਾਲ ਲਾ ਕੇ ਰੱਖਣਾ ਹੈਗਾ। ਬਹੁਤਾ ਔਖਾ ਨਹੀਂ ਹੈਗਾ, ਸੌਖਾ। ਜੇ ਤੁਸੀਂ ਚੰਗੀ ਤਰ੍ਹਾਂ ਸਿੱਖਣ ਨਹੀਂ ਆਉਂਦੇ ਆ ਤਾਂ ਮੈਜੋਰਟੀ ਜਿਹੜੀ ਉਹ ਪਾਸ ਹੋ ਜਾਂਦੀ ਹੈ। ਕਿੰਨਾ ਕੁ ਬੈਕਗ੍ਰਾਉਂਡ ਚੈੱਕ ਕਰਵਾਉਣਾ ਪੈਂਦਾ ਕਿ ਬਹੁਤ ਸਾਰੇ ਆਰਸੀਐਮਪੀ ਦੇ ਧੱਕੇ ਖਾਣੇ ਪੈਂਦੇ ਆ ਜਾਂ ਕਿੱਦਾਂ? ਨਹੀਂ, ਧੱਕੇ ਨਹੀਂ ਖਾਣੇ ਪੈਂਦੇ ਬਿਲਕੁਲ ਵੀ। ਤੁਹਾਨੂੰ ਕਿਤੇ ਜਾਣਾ ਨਹੀਂ ਪੈਂਦਾ। ਤੁਸੀਂ ਕਲਾਸ 2 ਦਿਨ ਦੀ ਲਾਉਣੀ, ਟੈਸਟ ਪਾਸ ਕਰਨਾ, ਉਹ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਆਰਸੀਐਮਪੀ ਨੂੰ ਭੇਜ ਦੇਣੀ। ਇਹ ਤੁਹਾਡਾ ਇੰਨਾ ਹੀ ਕੰਮ ਹੈਗਾ। ਬਹੁਤ ਥੋਰੋਲੀ ਚੈੱਕਅਪ ਕਰਦੇ ਤੁਹਾਡੀ। ਮੈਂ ਪੁੱਛਣਾ ਸੀ ਬੈਕਗ੍ਰਾਉਂਡ ਚੈੱਕ, ਕ੍ਰਿਮੀਨਲ ਰਿਕਾਰਡ ਵਗੈਰਾ ਜੇ ਕਿਸੇ ਦਾ ਹੋਵੇ, ਬਿਲਕੁਲ ਫਿਰ ਉਹਨੂੰ ਲਾਇਸੈਂਸ ਮਿਲਣ ਦੀ ਗੁੰਜਾਇਸ਼ ਘਟ ਜਾਂਦੀ ਹੈ ਅੱਗੇ। ਹਾਂ, ਬਿਲਕੁਲ ਘੱਟ। ਲਾਇਸੈਂਸ ਜੀ ਸਰ, ਮੈਂ ਇੱਕ ਲਫ਼ਜ਼ ਕਹਿੰਦਾ ਹੁੰਦਾ, ਜਿਨ੍ਹਾਂ ਦੇ ਕੋਲ ਗਨ ਲਾਇਸੈਂਸ ਆ ਨਾ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਤੇ ਮਾਣ ਮਹਿਸੂਸ ਕਰਿਆ ਕਰੋ। ਗਨ ਲਾਇਸੈਂਸ ਇੱਕ ਸ਼ਰਾਫਤ ਦਾ ਸਰਟੀਫਿਕੇਟ ਹੈ। ਮਿਸਾਲ ਦੇ ਤੌਰ ਤੇ ਬਿਜ਼ਨਸ ਦੇ ਉੱਤੇ ਮੇਰੇ ਕੋਲ ਕੋਈ ਕਲਾਇੰਟ ਆਵੇ, ਮੈਂ ਉਹਦੀ ਆਈਡੀ ਦੇਖਣੀ ਹੈ, ਮੈਨੂੰ ਡਰਾਈਵਰ ਲਾਇਸੈਂਸ ਤੁਸੀਂ ਦਿਖਾ ਦਿੰਦੇ ਆ ਤਾਂ ਠੀਕ ਹੈ, ਡਰਾਈਵਰ ਲਾਇਸੈਂਸ ਸਾਰਾ ਕੁਝ ਹੁੰਦਾ। ਜਦੋਂ ਤੁਸੀਂ ਮੈਨੂੰ ਆਪਣਾ ਗਨ ਲਾਇਸੈਂਸ ਦਿਖਾ ਦਿੰਦੇ ਜਿਹੜੀ ਕਿ ਫੈਡਰਲ ਆਈਡੀ ਆ, ਹੁਣ ਮੈਂ ਤੁਹਾਨੂੰ ਉੱਤੋਂ ਲੱਗ ਕੇ ਥੱਲੇ ਤਾਂ ਹੀ ਪੜ ਗਿਆ। ਹੁਣ ਮੈਨੂੰ ਪਤਾ ਲੱਗ ਗਿਆ ਵੀ ਜਿਹੜਾ ਮੇਰੇ ਮੂਹਰੇ ਬੰਦਾ ਗਨ ਲਾਇਸੈਂਸ ਲੈ ਕੇ ਖੜਾ ਆ, ਇਹ ਤੇ ਕੋਈ ਕ੍ਰਿਮੀਨਲ ਚਾਰਜ ਨਹੀਂ ਹੈਗਾ, ਇਹ ਕ੍ਰਿਮੀਨਲ ਨਹੀਂ ਹੈਗਾ, ਇਸ ਬੰਦੇ ਦਾ ਆਪਣੇ ਗੁੱਸੇ ਤੇ ਕੰਟਰੋਲ ਆ, ਇਹ ਫਾਇਰ ਆਰਮ ਦੇ ਨਾਲ ਡੀਲ ਕਰ ਸਕਦਾ। ਸੋ ਇਹ ਇੱਕ ਸ਼ਰਾਫਤ ਦਾ ਸਰਟੀਫਿਕੇਟ ਆ। ਜਿਹੜੀ ਚੈਕਿੰਗ ਹੈਗੀ ਆ, ਅੱਗੇ ਕਰਦੇ ਸੀ 5 ਸਾਲ ਮੈਕਸਿਮਮ, ਇਹ ਹੁਣ ਹੋਰ ਸਖਤੀ ਹੋਣ ਦੇ ਕਰਕੇ ਹੁਣ ਤੁਹਾਨੂੰ ਉਹਨਾਂ ਨੇ ਲਾਈਫ ਟਾਈਮ ਚੈੱਕ ਕਰਨਾ ਵੀ ਕੋਈ ਤੁਹਾਡਾ ਰੈਕਡ ਕ੍ਰਿਮੀਨਲ ਤਾਂ ਨਹੀਂ, ਬੈਡ ਤਾਂ ਨਹੀਂ। ਜੇ ਬੈਡ ਹੈ ਕੋਈ ਤੁਹਾਨੂੰ ਨਹੀਂ ਦੇਣਗੇ ਜਾਂ ਤੁਹਾਨੂੰ ਡਿਲੇ ਪਾਉਣਗੇ। ਅੱਛਾ, ਇਹਦੇ ਨਾਲ ਤੁਸੀਂ ਗੱਲ ਕੀਤੀ ਗੁੱਸੇ ਦੀ, ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈਲਥ ਰਿਕੁਆਇਰਮੈਂਟਸ ਕੀ ਹੈ ਇਹਦੇ ਵਾਸਤੇ ਲਾਇਸੈਂਸ? ਹੈਲਥ ਰਿਕੁਆਇਰਮੈਂਟਸ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਜੀ। 12 ਸਾਲ ਦਾ ਬੱਚਾ ਗਨ ਲਾਇਸੈਂਸ ਲੈ ਸਕਦਾ ਕੈਨੇਡਾ 'ਚ। ਉਹ ਆਬਵੀਅਸਲੀ ਪੇਰੈਂਟਲ ਗਾਈਡੈਂਸ ਦੇ ਅੰਡਰ ਹੁੰਦਾ। ਸੋ 12 ਸਾਲ ਤੋਂ ਉੱਪਰ ਕੋਈ ਵੀ ਲੈ ਲੈ। ਅੱਛਾ, ਬਹੁਤ ਸਾਰੇ ਕੰਟਰੀਜ਼ ਇਹੋ ਜਿਹੇ ਹੈ ਜਿੱਥੇ ਗਨਸ ਨੂੰ ਕਿੱਦਾਂ ਕੈਰੀ ਕਰਨਾ, ਕਿ ਤੁਸੀਂ ਉਹਦੇ ਨਾਲ ਟਰੈਵਲ ਕਰ ਸਕਦੇ ਹੋ ਕਿ ਨਹੀਂ, ਉਹਦੇ ਵਾਸਤੇ ਵੀ ਇੱਕ ਲਾਇਸੈਂਸ ਚਾਹੀਦਾ ਹੁੰਦਾ। ਕੈਨੇਡਾ ਦੇ ਵਿੱਚ ਇਹ ਲਾਜ਼ ਕਿਵੇਂ ਨੇ ਜੇ ਤੁਸੀਂ ਗਨਸ ਦੇ ਨਾਲ ਟਰੈਵਲ ਕਰਨਾ? ਸਾਡੇ ਕੋਲ ਇੱਕੋ ਹੀ ਗਨ ਲਾਇਸੈਂਸ ਹੈ ਜੀ ਕੈਨੇਡਾ, ਇੱਕੋ ਟਾਈਪ ਦਾ, ਸਾਰੇ ਕੈਨੇਡਾ 'ਚ ਚੱਲਦਾ। ਜੇ ਤਾਂ ਤੁਸੀਂ ਆਹ ਗਨਸ ਕੈਰੀ ਕਰਨੀ ਤਾਂ ਇਹ ਸਾਡੇ ਕੋਲ ਕੋਈ ਪਰਮਿਟ ਦੀ, ਐਕਸਟਰਾ ਪਰਮਿਟ ਦੀ ਕੋਈ ਲੋੜ ਨਹੀਂ ਹੁੰਦੀ। ਤੁਸੀਂ ਹੰਟਿੰਗ ਕਰਨ ਜਾਣਾ, ਟਾਰਗੇਟ ਸ਼ੂਟਿੰਗ ਕਰਨ ਜਾਣਾ, ਤੁਹਾਡੀ ਕਾਰ 'ਚ ਪਈਆਂ ਹੈਗੇ, ਠੀਕ ਹੈ, ਤੁਸੀਂ ਇਹਨੂੰ ਟਰੈਵਲ ਕਰ ਸਕਦੇ ਆ। ਜਿਹੜੀਆਂ ਆਹ ਹੈਗੀਆਂ ਹੈਂਡ ਗਨਸ, ਇਹ ਕਿਉਂਕਿ ਸਾਨੂੰ ਟਾਰਗੇਟ ਸ਼ੂਟਿੰਗ ਲਈ ਦਿੱਤੀਆਂ ਜਾਂਦੀਆਂ, ਐਕਸਟਰਾ ਲਾਇਸੈਂਸ ਇਹਦੇ ਲਈ ਕੋਈ ਨਹੀਂ ਚਾਹੀਦਾ। ਫਰਕ ਸਿਰਫ ਇੰਨਾ ਹੀ ਆ, ਕਾਨੂੰਨ ਕਹਿੰਦਾ ਹੈ ਕਿ ਜੇ ਟਾਰਗੇਟ ਸ਼ੂਟਿੰਗ ਤੇ ਜਾਣਾ, ਘਰੋਂ ਆਪਣੇ ਰਿਵਾਲਵਰ ਪਿਸਟਲ ਲੈ ਲਓ, ਪ੍ਰੋਪਰਲੀ ਉਹਨੂੰ ਸਟੋਰ ਕਰ ਲਓ, ਤੁਸੀਂ ਰੇਂਜ ਤੇ ਜਾ ਕੇ ਟਾਰਗੇਟ ਸ਼ੂਟਿੰਗ ਕਰਿਓ, ਜਾਂ ਕਰ ਗਏ ਤੈਨੂੰ ਘਰ ਛੱਡ ਜਾਓ। ਉਹ ਖਾਸ ਨਹੀਂ ਹੈਗਾ। ਕਾਨੂੰਨ ਹੱਦ ਵੀ ਸੋਹਣੇ ਆ, ਪਰ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਹਿੰਦੇ ਹੁੰਦੇ ਆ ਵੀ ਇੱਕ ਮਛਲੀ ਸਾਰੇ ਤਲਾਬ ਨੂੰ ਗੰਦਾ ਕਰਦੀ ਆ। ਉਹ ਕਾਨੂੰਨ ਦੀ ਸਖਤੀ ਵੀ ਸਾਡੇ ਤੇ ਆ ਜਾਂਦੀ ਹੈਗੀ ਆ। ਕੈਨੇਡਾ ਦੇ ਵਿੱਚ ਜਿਹੜੇ ਲਾਅ ਅਬਾਈਡਿੰਗ ਬੰਦੇ ਜਿਹਨਾਂ ਕੋਲ ਗਨ ਲਾਇਸੈਂਸ ਹੈ, ਜੋ ਲਾਅ ਅਬਾਈਡਿੰਗ ਹੈ ਤਾਂ ਹੀ ਗਨ ਲਾਇਸੈਂਸ ਹੈ, ਉਹਦਾ ਨਹੀਂ ਹੋਣਾ। ਉਹ ਤਾਂ ਕ੍ਰਾਈਮ ਕਰਦੇ ਹੀ ਨਹੀਂ। ਜਿਹੜੀ ਸਾਡੀ ਡਿਸਕਸ਼ਨ ਹੁੰਦੀ ਆ, ਮੈਂ ਹਮੇਸ਼ਾ ਸਖਤ ਕਾਨੂੰਨਾਂ ਦੇ ਹੱਕ 'ਚ ਆ, ਮੈਂ ਹਮੇਸ਼ਾ ਫੁੱਲ ਆਟੋਮੈਟਿਕ ਦੇ ਹੱਕ 'ਚ ਨਹੀਂ। ਸਾਨੂੰ ਕੀ ਲੋੜ ਆ? ਮੈਂ ਕਹਿੰਦਾ ਜਿਹੜੀ ਸਾਡੀ ਆਜ਼ਾਦੀ ਆ ਨਾ, ਉਹ ਜਦ ਖੋਹਣ ਲੱਗ ਪੈਂਦੇ ਆ ਨਾ, ਜਿਹੜਾ ਉਹ ਲੈਵਲ ਆ ਜਾਂਦਾ, ਉਹਦੇ ਵਿੱਚ ਸਾਡਾ ਡਿਸਐਗਰੀਮੈਂਟ ਹੁੰਦਾ ਉਹਨਾਂ ਦੇ ਨਾਲ ਵੀ ਜੇ ਕੋਈ ਬਾਹਰ ਗਲਤ ਕੰਮ ਕਰਦਾ। ਕੈਨੇਡਾ ਦੇ ਵਿੱਚ ਅੱਗੇ ਨਾਲੋਂ ਹੁਣ ਤੱਕ ਸਮਗਲਿੰਗ ਜਿਹੜੀ ਆ ਹੈਂਡ ਗਨ ਡਬਲ ਹੋ ਗਈ ਆ, ਠੀਕ ਹੈ ਜੀ। ਜਿਹੜੀਆਂ ਇਹਨਾਂ ਨੇ ਫੜੀਆਂ ਉਹ ਡਬਲ ਹੋ ਗਈਆਂ,
ਜਿਹੜਾ ਕ੍ਰਾਈਮ ਹੈ ਉਹਦੇ ਵਿੱਚ ਕੋਈ ਇਹਨਾਂ ਕੋ ਆંકੜੇ ਨੇ ਜਿਹੜੇ ਸ਼ੋਅ ਕਰਨ, ਜਿਹੜੇ ਲਾਅ ਅਬਾਈਡਿੰਗ ਬੰਦੇ ਜਾਂ ਆਪਣੇ ਆਪ ਨੂੰ ਅਸੀਂ ਕਹਿੰਦੇ ਨੇ ਰਿਸਪੌਂਸਿਬਲ ਗਨ ਓਨਰਸ, ਉਹਨਾਂ ਨੇ ਗਲਤ ਕੰਮ ਕੀਤਾ ਹੋਵੇ, ਇਹ ਹੈ ਨਹੀਂ ਕੋਈ ਆંકੜੇ। ਸੋ ਅਸੀਂ ਕਹਿੰਦੇ ਅਸੀਂ ਨਹੀਂ ਕਰਦੇ, ਤੁਸੀਂ ਕਾਨੂੰਨ ਸਾਡੇ ਲਈ ਸਖਤ ਕਰ ਦਿੰਦੇ ਆ ਤਾਂ ਕਿ ਲੋਕ ਖੁਸ਼ ਹੋਣ, ਸਾਨੂੰ ਵੋਟਾਂ ਪਾ ਦੇਣ, ਇਹਦਾ ਤਾਂ ਕੋਈ ਫਾਇਦਾ ਨਹੀਂ। ਉਹ ਜਿਹੜੇ ਪੈਸੇ ਖਰਚਣੇ ਆ, ਐਨਫੋਰਸਮੈਂਟ ਕਰਨੀ ਆ, ਉਹ ਤੁਸੀਂ ਉੱਥੇ ਖਰਚੋ ਜਿੱਥੇ ਸਾਡੀ ਸੁਸਾਇਟੀ ਹੋਰ ਸੇਫ ਹੋ ਜਾਵੇ, ਕਿਉਂਕਿ ਸੇਫ ਸੁਸਾਇਟੀ ਨੂੰ ਕੌਣ ਨਹੀਂ ਪਸੰਦ ਕਰਦਾ ਜੀ। ਅੱਛਾ, ਇਸ ਦੇ ਨਾਲ ਮੈਂ ਤੁਹਾਨੂੰ ਪੁੱਛਣਾ ਸੀ ਜਿਹੜਾ ਫੈਡਰਲ ਗਵਰਨਮੈਂਟ ਬਾਇਬੈਕ ਪ੍ਰੋਗਰਾਮ ਲੈ ਕੇ ਆ ਰਹੀ ਹੈ, ਉਹ ਬਾਇਬੈਕ ਪ੍ਰੋਗਰਾਮ ਦਾ ਕੀ ਥੋੜੀ ਡਿਟੇਲ ਜੇ ਸਾਂਝੀ ਕਰ ਸਕੋ, ਕਿਹੜੀਆਂ ਗਨਸ ਇਹਦੇ ਵਿੱਚ ਇਨਕਲੂਡਡ ਹੋਣਗੀਆਂ ਔਰ ਕੀ ਲੋਕਾਂ ਨੂੰ ਆਪਣੀ ਗਨ ਦਾ ਪੂਰਾ ਮੁੱਲ ਵਾਪਸ ਮਿਲ ਜਾਏਗਾ ਸਰਕਾਰ ਤੋਂ? ਜਿਹੜਾ ਤਾਂ ਇਹਨਾਂ ਨੇ ਪਹਿਲਾ ਬੈਨ ਇੰਟਰੋਡਿਊਸ ਆਲਰੇਡੀ ਕਰ ਦਿੱਤਾ, ਜਿਹਦੇ ਵਿੱਚ 1500 ਡਿਫਰੈਂਟ ਟਾਈਪ ਦੀਆਂ ਅਸਾਲਟ ਰਾਈਫਲਸ ਆ ਜਾਂ ਮਿਲਟਰੀ ਸਟਾਈਲ ਕਹਿ ਲਓ, ਹੁਣ ਉਹ ਨੰਬਰ 1800 ਤੇ ਲੈ ਗਏ। ਉਹਨਾਂ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਸਾਨੂੰ ਤੇ ਬਾਈਬੈਕ ਕਰਾਂਗੇ ਜਾਂ ਤੁਸੀਂ ਗ੍ਰੈਂਡਫਾਦਰ ਲਾਇਸੈਂਸ ਲੈ ਲਓ, ਉਹ ਲਾਅ ਚੇਂਜ ਕਰਕੇ ਕਹਿੰਦਾ ਵੀ ਤੁਹਾਨੂੰ ਜਾਂ ਇਹਨੂੰ ਡੀਐਕਟੀਵੇਟ ਕਰਵਾਓ, ਜਿੱਦਾਂ ਕਿ ਆਪਣੇ ਕੋਲ ਆਹ ਜਿਹੜੀ AK-47 ਪਈ ਹੈ ਨਾ, ਇਹ ਡੀਐਕਟੀਵੇਟਡ ਆ, ਇਹ ਡੀਐਕਟੀਵੇਟਡ ਹੈਗੀ, ਇਹਦਾ ਕੋਈ ਲਾਇਸੈਂਸ ਨਹੀਂ ਚਾਹੀਦਾ, ਕੋਈ ਕੈਰੀ ਪਰਮਿਟ ਨਹੀਂ, ਕਿਉਂਕਿ ਇਟਸ ਅ ਪੀਸ ਆਫ ਮੈਟਲ ਨਾਓ, ਇਹ ਮੈਂ ਡੈਕੋਰੇਸ਼ਨ ਲਈ ਰਹਿ ਗਈ ਆ, ਇਹ ਉਹਦਾ ਨਹੀਂ ਕੁਝ ਵੀ। ਸੋ ਇਹ ਨਹੀਂ ਵੀ ਇਹਦੇ ਵਿੱਚ ਤੁਸੀਂ ਮੈਗਜ਼ੀਨ ਕਰਕੇ ਭਰ ਕੇ ਫਾਇਰ ਕਰ ਸਕਦੇ ਹੋ, ਨਹੀਂ, ਇਟਸ ਨਾਟ ਪੋਸੀਬਲ। ਨਹੀਂ, ਹੁਣ ਇਹਦੀ ਬੈਰਲ ਵਿੱਚੋਂ ਵੈਲਡ ਕਰ ਦਿੱਤੀ ਗਈ ਆ, ਮੈਗਜ਼ੀਨ ਵੈਲਡ ਕਰਤਾ ਗਿਆ, ਸਿਸਟਮ ਵੈਲਡ ਕਰਤਾ ਗਿਆ, ਜਿੱਦਾਂ ਵੀ ਗਵਰਨਮੈਂਟ ਦੀ ਰਿਕੁਆਇਰਮੈਂਟ, ਪੂਰੇ ਪੱਕੀ ਤੌਰ ਤੇ ਇਹਨੂੰ ਡਿਸੇਬਲ ਕਰ ਦਿੱਤਾ ਗਿਆ ਵੀ ਇਹ ਚੱਲ ਨਾ ਸਕੇ। ਇਹ ਬਿਲਕੁਲ ਅਸੀਂ ਲਾਗੂ ਕਰਦੇ ਨੇ ਵੀ ਇਹਨੂੰ ਸਲੌਟਰ ਕਰਤਾ, ਇਹ ਕਿਸੇ ਵੀ ਹਾਲਤ ਵਿੱਚ ਹੁਣ ਚੱਲ ਨਹੀਂ ਸਕਦੀ, ਕਿਸੇ ਵੀ ਹਾਲਤ ਵਿੱਚ। ਉਹਦੇ ਵਿੱਚ ਕਹਿੰਦੇ ਸੀ ਅਸੀਂ ਬਾਈਬੈਕ ਕਰਾਂਗੇ, ਤੁਸੀਂ ਮੈਨੂੰ ਪੁੱਛਿਆ ਸੀ ਕਿੰਨੇ ਕੁ ਪੈਸੇ ਕਰਨਗੇ, ਪੂਰੇ ਨਹੀਂ ਦੇਣਗੇ, ਮਹਿੰਗੀਆਂ ਹੁੰਦੀਆਂ ਗਨਸ ਜਿਹੜੀਆਂ ਚੰਗੀਆਂ ਹੈਗੀਆਂ। ਜਿਹੜਾ ਹੁਣ ਨਵਾਂ ਲਾਅ ਹੈਗਾ ਜਿਹਦੇ ਵਿੱਚ ਹੈਂਡ ਗਨਸ ਆ, ਉਹਦੇ ਵਿੱਚ ਵੀ ਇਹਨਾਂ ਨੇ ਇਹੋ ਹੀ ਕਿਹਾ ਵੀ ਅਸੀਂ ਬਾਈਬੈਕ ਕਰਾਂਗੇ। ਇੱਕ ਮਾੜੀ ਗੱਲ ਹੈਗੀ ਹੈ, ਜਿਹੜੀਆਂ ਉਹ ਗੱਲਾਂ ਪਹਿਲਾਂ ਆਈਆਂ ਹੈ ਨਾ, ਕੈਨੇਡਾ ਦੇ ਵਿੱਚ ਜਿਹੜੀ ਸਾਡੀ ਗਨ ਇੰਡਸਟਰੀ ਆ ਨਾ ਜੀ, ਉਹ 8.5 ਬਿਲੀਅਨ ਦੀ ਆ, ਵੈਰੀ ਲਾਰਜ ਇੰਡਸਟਰੀ। 4800 ਬੰਦਾ ਡਾਇਰੈਕਟਲੀ ਐਂਡ ਇਨਡਾਇਰੈਕਟਲੀ ਇੰਪਲੋਇਡ ਹੈ ਇਹਨਾਂ ਦੇ ਕਰਕੇ। ਕੱਲਾ BC ਦੇ ਵਿੱਚ ਬੜੇ ਦਿਲਚਸਪ ਅੰਕੜੇ ਆ, ਕੱਲਾ BC ਦੇ ਵਿੱਚ ਜਿਹੜੇ ਸ਼ਿਕਾਰੀ ਆ ਇੱਕ ਸੀਜ਼ਨ ਦੇ ਵਿੱਚ $340 ਮਿਲੀਅਨ ਇਕਨੋਮੀ ਚ ਪੰਪ ਕਰਦੇ ਆ, ਕੱਲੇ ਸ਼ਿਕਾਰੀ 340 ਮਿਲੀਅਨ ਡਾਲਰ। 340, ਕਿਉਂਕਿ ਜੇ ਆਪਾਂ ਹੰਟਿੰਗ ਰੈਗੂਲੇਸ਼ਨ ਸਿਨੋਪਸਿਸ ਬੁੱਕ ਚ ਕੀ ਉਹ ਚ ਮਿਨਿਸਟਰ ਦਾ ਮੈਸੇਜ ਹੁੰਦਾ, ਉਹ ਮਿਨਿਸਟਰ ਦੇ ਮੈਸੇਜ ਜੀ ਮੈਂ ਪੜ੍ਹਿਆ ਸੀ। ਸੋ ਇਹ ਬਹੁਤ ਵੱਡੀ ਇੰਡਸਟਰੀ ਹੈਗੀ ਆ, ਉਹਨਾਂ ਲੋਕਾਂ ਨੂੰ ਬਹੁਤ ਘਾਟਾ ਪੈਣਾ ਜਿਨ੍ਹਾਂ ਨੇ ਹੋਲਸੇਲਰ ਨੇ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋ ਕੇ ਆਪਣੇ ਇਨਵੈਂਟੋਰੀ ਖਰੀਦੀ ਸੀ। ਹੁਣ ਗਵਰਨਮੈਂਟ ਕਹਿੰਦੀ ਹੈ ਵੀ ਤੁਹਾਨੂੰ ਉਹਦਾ ਕੁਝ ਨਹੀਂ ਦੇਣਾ। ਜਿਹੜੇ ਆਹ ਗਨਸ ਹੈਗੀਆਂ ਇਹਨਾਂ ਨੂੰ ਕਹਿੰਦੇ ਆ ਗਵਰਨਮੈਂਟ ਅਸੀਂ ਦੇ ਦੇਗੇ, ਪਰ ਮੈਂ ਦੇਖਦਾ ਸੀਗਾ ਪਿਛਲੇ 2 ਦਿਨ ਦੇ ਵਿੱਚ ਸਾਰੇ ਕੈਨੇਡਾ ਦੇ ਹੈਂਡ ਗਨਸ ਸੋਲਡ ਆਊਟ। ਅਸੀਂ ਹੱਸਦੇ ਸੀਗੇ ਤੇ ਮਿਸਟਰ ਟਰੂਡੋ ਇਜ਼ ਦ ਬੈਸਟ ਸੇਲਸਮੈਨ, ਜੇ ਗੰਨਾਂ ਵੇਚਣੀਆਂ ਤੁਹਾਨੂੰ ਦੱਸ ਦਿਓ ਸਾਰੀਆਂ ਲਗਾ। ਅੱਛਾ, ਹੁਣ ਫਾਈਨਲੀ ਥੋੜਾ ਸਮਾਂ ਰਹਿ ਗਿਆ, ਫਾਲ ਦੇ ਵਿੱਚ ਕਹਿ ਰਹੇ ਕਿ ਨਵਾਂ ਲੈਜਿਸਲੇਸ਼ਨ ਆ ਜਾਏਗਾ ਜਿੱਥੇ ਹੈਂਡ ਗਨਸ ਦੀ ਸੇਲ ਤੇ ਫ੍ਰੀਜ਼ ਹੋ ਜਾਏਗਾ, ਪਰ ਜਿਹੜੇ ਲੋਕ ਹਾਲੇ ਵੀ ਲਾਇਸੈਂਸ ਲੈਣ ਦੇ ਚਾਹਵਾਨ ਨੇ, ਚਾਹੁੰਦੇ ਆ ਕਿ ਉਹਨਾਂ ਵਾਸਤੇ ਹਾਲੇ ਇੰਨਾ ਸਮਾਂ ਹੈਗਾ ਕਿ ਉਹ ਲਾਇਸੈਂਸ ਲੈ ਲੈਣ ਔਰ ਗਨ ਖਰੀਦ ਸਕਣ? ਹਾਂਜੀ, ਜਦ ਤੱਕ ਲਾਅ ਜਿਹੜਾ ਉਹ ਐਕਚੁਅਲ ਲਾਅ ਨਹੀਂ ਬਣਦਾ, ਹੁਣ ਤਾਂ ਟੇਬਲ ਹੋਇਆ ਨਾ, ਉਦੋਂ ਤੱਕ ਲੋਕ ਬਹੁਤ ਕਲਾਸਾਂ ਚੱਲ ਰਹੇ ਆ। ਮੇਰੀ ਵੀ ਆਉਣ ਵਾਲੀ ਕਲਾਸ ਫੁੱਲ ਹੋ ਚੁੱਕੀ ਹੈ ਔਰ ਉਹ ਲੈ ਰਹੇ, ਉਹ ਲੈ ਸਕਦੇ। ਹਾਲੇ ਕਾਨੂੰਨ ਇਹੋ ਹੀ ਜਿਹੜਾ ਪੁਰਾਣਾ ਸੀਗਾ ਵੀ ਜੇ ਤੁਹਾਡੇ ਕੋਲ ਗਨ ਲਾਇਸੈਂਸ ਹੈਗਾ ਜਿਹਦੇ ਵਿੱਚ ਤੁਹਾਡੇ ਕੋਲ ਹੈਂਡ ਗਨ ਲੈਣ ਦੀ, ਰਿਵਾਲਵਰ ਪਿਸਟਲ ਲੈਣ ਜਾਂ ਕੁਛ ਇੱਕ ਅਸਾਲਟ ਰਾਈਫਲ ਹਾਲੇ ਵੀ ਓਪਨ ਆ, ਉਹ ਲੈਣ ਦਾ ਤੁਹਾਡੇ ਕੋਲ ਹੈਗੀ ਡੈਜ਼ਿਗਨੇਸ਼ਨ, ਤੁਸੀਂ ਹਾਲੇ ਵੀ ਖਰੀਦ ਸਕਦੇ ਹੋ। ਅੱਛਾ, ਫਾਈਨਲੀ ਸਾਡੇ ਜਿਹੜੇ ਫੋਲੋਅਰਸ ਨੇ ਜਾਂ ਲਿਸਨਰਸ ਨੇ, ਉਹਨਾਂ ਵਾਸਤੇ ਤੁਸੀਂ ਆਪਣਾ ਫੋਨ ਨੰਬਰ ਜੀ ਸ਼ੇਅਰ ਕਰ ਸਕੋ ਪਲੀਜ਼। ਮੈਂ ਜੀ ਇੱਕ ਤਾਂ ਸਾਰਿਆਂ ਨੂੰ ਇਹ ਕਹਿਣਾ, ਕਦੇ ਵੀ ਕੋਈ ਕੁਐਸਚਨ ਹੋਵੇ ਨਾ ਪੁੱਛ ਲਿਆ ਕਰੋ, ਕਦੇ ਗਲਤੀ ਕਰ ਲੈਂਦੇ ਆ, ਉਸ ਬੰਦੇ ਨੂੰ ਪੁੱਛ ਕੇ ਸਵਾਲ ਜਿਹਨੂੰ ਪਤਾ ਨਹੀਂ ਜਾਂ ਆਪ ਉਸ ਚੀਜ਼ ਨੂੰ ਅਜ਼ਿਊਮ ਕਰਕੇ। ਔਰ ਖਾਸ ਕਰ ਹਥਿਆਰਾਂ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਬਹੁਤ ਸੀਰੀਅਸ ਆ, ਇਹਦੇ ਪ੍ਰੋਪਰ ਐਕਸਪਰਟ ਗਾਈਡੈਂਸ ਲੈਣੀ ਬਹੁਤ ਜ਼ਰੂਰੀ ਹੈ ਜੀ। ਮੇਰਾ ਫੋਨ ਨੰਬਰ ਹੈਗਾ ਜੀ 604 716 4455। ਸੋ ਵੈਲਕਮ ਹੈ, ਕਿਸੇ ਨੇ ਮੈਨੂੰ ਕਦੇ ਵੀ ਫੋਨ ਕਰਨਾ ਕਰ ਲਓ, ਮੋਸਟ ਆਫ ਦਾ ਟਾਈਮ ਮੈਂ ਆਨਸਰ ਕਰ ਦਿੰਦਾ। ਜੇ ਕਲਾਸ 'ਚੋਂ ਆਵਾਂ ਫਿਰ ਮੈਂ ਬਾਅਦ 'ਚ ਕਰਦਾ ਹੁੰਦਾ, ਜਾਂ ਹੁਣ ਆਪਾਂ ਇੰਟਰਵਿਊ 'ਚ ਆ ਗਏ ਫਿਰ ਬਾਅਦ 'ਚ ਕਰੂੰਗਾ, ਜਿਹੜੀਆਂ ਕਾਲਸ ਆ ਰਹੀਆਂ ਤਾਂ ਫੋਨ ਕਰਕੇ ਜਾਂ ਮੈਨੂੰ ਜਾਂ RCMP ਦਾ ਫਾਇਰ ਆਰਮ ਸੈਂਟਰ ਹੈਗਾ ਉਹਨਾਂ ਨੂੰ ਕਰਕੇ ਪੁੱਛ ਕੇ ਕਰੋ ਜੋ ਕੁਛ ਕਰਨਾ ਜੀ। ਮਿਸਟਰ ਰਾਜ ਰਾਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਤੁਹਾਡਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।